ਹੈਲੋ ਫਰੈਂਡਸ, ਵੈਲਕਮ ਟੂ ਮਾਈ YouTube ਚੈਨਲ ਜੀਕੇ ਟਿਪਸ ਦੀ ਇਸ ਵੀਡੀਓ ਵਿੱਚ ਅੱਜ ਆਪਾਂ ਸੋਲਵ ਕਰਾਂਗੇ ਮੌਕ ਟੈਸਟ ਨੰਬਰ 2। ਇਸ ਮੌਕ ਟੈਸਟ ਦੇ ਵਿੱਚ ਤੁਹਾਨੂੰ ਕੁਐਸਚਨ ਮਿਲਣਗੇ ਜੀਕੇ ਦੇ, ਮੈਥਮੈਟਿਕਸ, ਰੀਜ਼ਨਿੰਗ ਅਤੇ ਪੰਜਾਬੀ ਲੈਂਗੁਏਜ ਦੇ। ਸੋ ਤੁਸੀਂ ਨੇ ਇਸ ਵੀਡੀਓ ਨੂੰ ਆਪਣੇ ਫਰੈਂਡ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ, ਜੋ ਵੀ ਸਟੂਡੈਂਟ ਪੰਜਾਬ ਪਟਵਾਰੀ ਐਗਜ਼ਾਮ ਜਾਂ ਹੋਰ ਕਿਸੇ ਪੰਜਾਬ ਰਿਲੇਟਡ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ, ਤਾਂ ਕਿ ਇਹ ਵੀਡੀਓ ਉਹਨਾਂ ਤੱਕ ਵੀ ਪਹੁੰਚ ਸਕੇ। ਸੋ ਵਿਦਆਊਟ ਵੇਸਟਿੰਗ ਟਾਈਮ ਲੈਟ ਅਸ ਸਟਾਰਟ। ਪਹਿਲਾਂ ਹੈਗੇ ਆਪਣੇ ਕੋਲ ਜੀਕੇ ਦੇ ਕੁਐਸਚਨ। ਜੀਕੇ ਦਾ ਫਸਟ ਕੁਐਸਚਨ ਹੈ, ਹੂ ਅਮੰਗ ਦਾ ਫੋਲੋਇੰਗ ਫਾਊਂਡਡ ਦਾ ਨਿਊਜ਼ਪੇਪਰ ਨੈਸ਼ਨਲ ਹੈਰੋਲਡ। ਤੁਸੀਂ ਦੱਸਣਾ ਹੈ ਕਿ ਨੈਸ਼ਨਲ ਹੈਰੋਲਡ ਨਿਊਜ਼ਪੇਪਰ ਕਿਸ ਦੇ ਦੁਆਰਾ ਫਾਊਂਡ ਕੀਤਾ ਗਿਆ ਸੀ। ਆਪਸ਼ਨ ਨੇ ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, KM ਪੈਨੀਕਰ ਜਾਂ ਜਵਾਹਰ ਲਾਲ ਨਹਿਰੂ। ਤਾਂ ਇਸਦਾ ਆਪਣੇ ਕੋਲ ਰਾਈਟ ਆਨਸਰ ਆ ਜਾਊਗਾ, ਪੰਡਿਤ ਜਵਾਹਰ ਲਾਲ ਨਹਿਰੂ ਦੇ ਦੁਆਰਾ ਫਾਊਂਡ ਕੀਤਾ ਗਿਆ ਸੀ ਨੈਸ਼ਨਲ ਹੈਰੋਲਡ ਨਿਊਜ਼ਪੇਪਰ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਕੁਐਸਚਨ ਵਿੱਚ ਪੁੱਛਿਆ ਗਿਆ ਹੈ, ਕਹਿੰਦੇ ਇਕਨੋਮਿਕ ਸਰਵੇ ਇਨ ਇੰਡੀਆ ਇਜ਼ ਪਬਲਿਸ਼ਡ ਅਫੀਸ਼ੀਅਲੀ ਐਵਰੀ ਈਅਰ। ਤੁਸੀਂ ਦੱਸਣਾ ਵੀ ਜਿਹੜਾ ਇਕਨੋਮਿਕ ਸਰਵੇ ਹੈ ਹਰ ਸਾਲ ਅਫੀਸ਼ੀਅਲੀ ਕਿਸ ਦੇ ਦੁਆਰਾ ਪਬਲਿਸ਼ ਕੀਤਾ ਜਾਂਦਾ ਹੈ। ਆਪਸ਼ਨ ਨੇ ਰਿਜ਼ਰਵ ਬੈਂਕ ਆਫ ਇੰਡੀਆ ਜਾਂ ਨੀਤੀ ਆਯੋਗ ਜਾਂ ਮਿਨਿਸਟਰੀ ਆਫ ਫਾਈਨਾਂਸ ਗਵਰਨਮੈਂਟ ਆਫ ਇੰਡੀਆ ਜਾਂ ਮਿਨਿਸਟਰੀ ਆਫ ਇੰਡਸਟਰੀਜ਼। ਤਾਂ ਇਸਦਾ ਰਾਈਟ ਆਨਸਰ ਹੋ ਜਾਏਗਾ ਆਪਣੇ ਕੋਲੇ, ਰਾਈਟ ਆਨਸਰ ਹੋਗਾ ਆਪਸ਼ਨ ਨੰਬਰ ਸੀ, ਮਿਨਿਸਟਰੀ ਆਫ ਫਾਈਨਾਂਸ ਦੇ ਦੁਆਰਾ ਇਹ ਕੀ ਕੀਤਾ ਜਾਂਦਾ, ਪਬਲਿਸ਼ ਕੀਤਾ ਜਾਂਦਾ ਇਕਨੋਮਿਕ ਸਰਵੇ ਹਰ ਸਾਲ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਹੈ ਕੁਐਸਚਨ ਨੰਬਰ 3, ਰੀਵਰ ਦਮੋਦਰ ਐਂਡ ਸਿੰਧ। ਤੁਸੀਂ ਦੱਸਣਾ ਜਿਹੜੀ ਰੀਵਰ ਦਮੋਦਰ ਹੈ ਕਿਸ ਦੇ ਵਿੱਚ ਜਾ ਕੇ ਐਂਡ ਹੁੰਦੀ ਹੈ। ਆਪਸ਼ਨ ਨੇ ਰੀਵਰ ਗੰਗਾ, ਰੀਵਰ ਹੂਗਲੀ ਜਾਂ ਬੇ ਆਫ ਬੰਗਾਲ ਜਾਂ ਇਹ ਸਾਲਟ ਮਾਰਸ਼। ਤਾਂ ਇਹਦਾ ਰਾਈਟ ਆਨਸਰ ਹੋਏਗਾ ਰੀਵਰ ਹੂਗਲੀ। ਰੀਵਰ ਹੂਗਲੀ ਦੇ ਵਿੱਚ ਜਾ ਕੇ ਇਹ ਕੀ ਹੋ ਜਾਂਦੀ ਹੈ, ਐਂਡ ਹੋ ਜਾਂਦੀ ਹੈ ਜਿਹੜੀ ਰੀਵਰ ਦਮੋਦਰ ਹੈ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਹੈ ਕੁਐਸਚਨ ਨੰਬਰ 4, ਵਿਚ ਵਨ ਆਫ ਦਾ ਫੋਲੋਇੰਗ ਮਿਊਜ਼ੀਕਲੀ ਇੰਸਟਰੂਮੈਂਟਸ ਕੰਸਿਸਟ ਆਫ ਪੇਅਰ ਆਫ ਵੂਡਨ ਫਲੂਟਸ। ਤੁਸੀਂ ਦੱਸਣਾ ਹੈ ਵੀ ਉਹ ਕਿਹੜਾ ਮਿਊਜ਼ੀਕਲ ਇੰਸਟਰੂਮੈਂਟ ਹੈ ਜਿਸ ਦੇ ਵਿੱਚ ਪੇਅਰ ਆਫ ਵੂਡਨ ਫਲੂਟਸ ਹੁੰਦੀਆਂ ਨੇ, ਮੀਨਜ਼ ਲੱਕੜੀ ਦੀਆਂ ਦੋ ਪੇਅਰਸ ਬਣੀਆਂ ਹੁੰਦੀਆਂ ਨੇ। ਤਾਂ ਆਪਸ਼ਨ ਨੇ ਆਪਣੇ ਕੋਲ ਸਾਰੰਗੀ, ਅਲਗੋਜਾ ਜਾਂ ਤੌਂਸ ਜਾਂ ਬੁਕਚੂ। ਤਾਂ ਇਸਦਾ ਰਾਈਟ ਆਨਸਰ ਹੋਏਗਾ ਅਲਗੋਜਾ। ਅਲਗੋਜਾ ਦੇ ਵਿੱਚ ਕੀ ਹੁੰਦਾ, ਪੇਅਰ ਆਫ ਵੂਡਨ ਦੀਆਂ ਫਲੂਟਸ ਹੁੰਦੀਆਂ ਨੇਗੀਆਂ, ਠੀਕ ਹੈ ਵੀ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਹੈ ਕੁਐਸਚਨ ਨੰਬਰ 5, ਦਾ ਲਾਰਜੈਸਟ ਫਰੈਸ਼ ਵਾਟਰ ਵੈਟਲੈਂਡ ਇਨ ਇੰਡੀਆ। ਤੁਸੀਂ ਦੱਸਣਾ ਇਹਨਾਂ ਦੇ ਵਿੱਚੋਂ ਕਿਹੜੀ ਹੈ ਜਿਹੜੀ ਲਾਰਜੈਸਟ ਫਰੈਸ਼ ਵਾਟਰ ਲੇਕ ਹੈ। ਤਾਂ ਆਪਸ਼ਨ ਨੇ ਕਲੇਰੂ, ਵੁੱਲਰ ਜਾਂ ਭੀਮਤਾਲ ਜਾਂ ਚਿਲਕਾ। ਤਾਂ ਇਸਦਾ ਰਾਈਟ ਆਨਸਰ ਹੋਏਗਾ ਕੁਲੇਰੂ ਲੇਕ ਹੈ ਜਿਹੜੀ ਇਹ ਕੀ ਹੈ, ਫਰੈਸ਼ ਵਾਟਰ ਲੇਕ ਹੈ। ਅਗਰ ਪੁੱਛਿਆ ਜਾਵੇ ਕਿੱਥੇ ਲੋਕੇਟਡ ਹੈ, ਇਹ ਲੋਕੇਟਡ ਹੈ ਆਂਧਰਾ ਪ੍ਰਦੇਸ਼ ਦੇ ਵਿੱਚ। ਤਾਂ ਇਹਦਾ ਇਹ ਕੀ ਆ ਜਾਊਗਾ, ਆਂਧਰਾ ਪ੍ਰਦੇਸ਼ ਦੇ ਵਿੱਚ ਲੋਕੇਟਡ ਹੈ ਕਲੇਰੂ ਲੇਕ। ਵੁੱਲਰ ਲੇਕ ਇਹ ਕਿੱਥੇ ਹੈ, ਜੰਮੂ ਐਂਡ ਕਸ਼ਮੀਰ ਦੇ ਵਿੱਚ। ਚਿਲਕਾ ਕਿੱਥੇ ਹੈ, ਇਹ ਹੈਗੀ ਹੈ ਉੜੀਸਾ ਦੇ ਵਿੱਚ। ਇੰਨਾ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਆ ਕੁਐਸਚਨ ਨੰਬਰ 6, ਕਾਂਜਲੀ ਵੈਟਲੈਂਡ ਇਜ਼ ਲੋਕੇਟਡ ਇਨ ਵਿਚ ਆਫ ਦਾ ਫੋਲੋਇੰਗ ਡਿਸਟ੍ਰਿਕਟ। ਤੁਸੀਂ ਦੱਸਣਾ ਵੀ ਕਾਂਜਲੀ ਜਿਹੜਾ ਵੈਟਲੈਂਡ ਹੈ ਉਹ ਕਿੱਥੇ ਲੋਕੇਟਡ ਹੈ। ਆਪਸ਼ਨ ਹੈ ਤਰਨਤਾਰਨ, ਗੁਰਦਾਸਪੁਰ, ਕਪੂਰਥਲਾ ਜਾਂ ਰੂਪਨਗਰ। ਤਾਂ ਜਿਹੜਾ ਕਾਂਜਲੀ ਵੈਟਲੈਂਡ ਹੈ ਇਹ ਲੋਕੇਟਡ ਹੈ ਕਪੂਰਥਲੇ ਦੇ ਵਿੱਚ। ਤਾਂ ਇਹਦਾ ਰਾਈਟ ਆਨਸਰ ਕੀ ਬਣ ਜਾਊਗਾ, ਕਪੂਰਥਲਾ। ਇਹ ਤੁਸੀਂ ਐਂ ਵੀ ਜਾ ਸਕਦੇ ਹੋ K4 ਕਾਂਜਲੀ, K4 ਕਪੂਰਥਲਾ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਹੈ ਕੁਐਸਚਨ ਨੰਬਰ, ਵੈਨ ਐਂਡ ਵੇਅਰ ਡਿਡ ਸਵਦੇਸ਼ੀ ਮੂਵਮੈਂਟ। ਤੁਸੀਂ ਦੱਸਣਾ ਵੀ ਸਵਦੇਸ਼ੀ ਮੂਵਮੈਂਟ ਸੀ ਇਹ ਕਦੋਂ ਅਤੇ ਕਿੱਥੇ ਸਟਾਰਟ ਹੋਈ ਸੀ। ਇਹ ਸਟਾਰਟ ਹੋਈ ਸੀ 1905 ਦੇ ਵਿੱਚ ਬੰਗਾਲ ਦੇ ਵਿੱਚ। ਤਾਂ ਇਸਦਾ ਰਾਈਟ ਆਨਸਰ ਕੀ ਬਣ ਜਾਊਗਾ, ਆਪਸ਼ਨ ਨੰਬਰ ਏ 1905 ਬੰਗਾਲ ਦੇ ਵਿੱਚ। ਇਸ ਤੋਂ ਬਾਅਦ ਆਉਣਗੇ ਆਪਣੇ ਕੋਲ ਮੈਥਮੈਟਿਕਸ ਦੇ ਕੁਐਸਚਨ। ਕੁਐਸਚਨ ਨੰਬਰ 1 ਹੈ, ਏ ਮੈਨ ਬਾਇਜ਼ ਐਨ ਆਰਟੀਕਲ ਫੋਰ 10% ਲੈਸ ਦੈਨ ਇਟਸ ਵੈਲਿਊ ਐਂਡ ਸੈਲਸ ਇਟ ਫੋਰ 10 ਮੋਰ ਦੈਨ ਇਟਸ ਵੈਲਿਊ, ਹਿਸ ਗੇਨ ਔਰ ਲੋਸ ਪਰਸੈਂਟ ਦੱਸਣਾ ਵੀ ਕਿੰਨਾ ਹੋਇਆ। ਹੁਣ ਉਹ ਦੇਖੋ ਕਹਿੰਦੇ ਵੈਲਿਊ ਤੋਂ 10% ਕੀ ਕੀਤਾ, ਘੱਟ ਖਰੀਦਿਆ। ਆਪਾਂ ਨੇ ਸਪੋਜ਼ ਕਰ ਲਿਆ ਵੀ ਉਹਦਾ ਜਿਹੜਾ MRP ਹੋਊਗਾ, MRP ਆਪਾਂ ਨੇ ਸਪੋਜ਼ ਕਰ ਲਿਆ ਵੀ 100 ਰੁਪਏ ਆ। ਹੁਣ ਉਹ ਕੀ ਕਰਦਾ, 10% ਘੱਟ 'ਤੇ ਖਰੀਦਦਾ, ਮੀਨਜ਼ ਕੋਸਟ ਪ੍ਰਾਈਸ ਉਹਦਾ ਕਿੰਨਾ ਹੋਊਗਾ, 90 ਹੋਏਗਾ ਨਾ, 10% ਘੱਟ 'ਤੇ ਖਰੀਦਦਾ। ਫਿਰ ਜਿਹੜਾ SP ਹੋਏਗਾ, SP ਵੇਚਦਾ ਕਿੰਨੇ ਆ, 10% ਜ਼ਿਆਦਾ ਵੈਲਿਊ 'ਤੇ, ਮੀਨਜ਼ 100 ਦਾ 10% ਕਿੰਨਾ ਬਣ ਜੂਗਾ, 10 ਆ ਜੂਗਾ, ਉਹਦੇ ਵਿੱਚ ਪਲੱਸ ਕਰਾਂਗੇ ਤਾਂ 110 ਰੁਪਏ ਦੀ ਕੀ ਕਰਦਾ ਉਹ ਸੈਲਿੰਗ ਪ੍ਰਾਈਸ ਆ ਉਸਦਾ, ਠੀਕ ਹੈ ਵੀ 110 ਰੁਪਏ। ਹੁਣ ਦੇਖੋ ਕੋਸਟ ਪ੍ਰਾਈਸ ਹੈਗਾ ਸੀ ਆਪਣੇ ਕੋਲ 90, ਸੈਲਿੰਗ ਪ੍ਰਾਈਸ ਹੈਗਾ 110, ਤਾਂ ਉਹਨੂੰ ਪ੍ਰੋਫਿਟ ਕਿੰਨਾ ਹੋ ਗਿਆ, 20 ਰੁਪਏ ਦਾ ਹੋ ਗਿਆ, 20 ਰੁਪਏ ਦਾ ਪ੍ਰੋਫਿਟ ਹੋ ਗਿਆ। ਤਾਂ ਆਪਾਂ ਪ੍ਰੋਫਿਟ ਪਰਸੈਂਟ ਕਿਵੇਂ ਕੱਢਦੇ ਹੁੰਦੇ ਹਾਂ, ਪ੍ਰੋਫਿਟ ਪਰਸੈਂਟ ਕਿਹਦੇ ਇੱਕ ਹੁੰਦੀ ਆ, ਪ੍ਰੋਫਿਟ ਅਪੋਨ CP ਇੰਟੂ 100। ਕਿੰਨਾ ਪ੍ਰੋਫਿਟ ਹੋਇਆ 20 ਰੁਪਏ ਦਾ, CP ਕਿੰਨਾ ਸੀ 90, ਮਲਟੀਪਲਾਈ ਕਿਸ ਨਾਲ ਕਰਾਂਗੇ 100 ਨਾਲ, 0 ਨਾਲ 0 ਹੋ ਗਈ ਕੈਂਸਲ। ਕਿੰਨਾ ਆ ਗਿਆ, 20 ਨੂੰ 10 ਨਾਲ ਮਲਟੀਪਲਾਈ ਕੀਤਾ 200/9। ਜਦੋਂ 200 ਨੂੰ ਤੁਸੀਂ 9 'ਤੇ ਡਿਵਾਈਡ ਕਰਾਂਗੇ ਤਾਂ ਇਹਦਾ ਆਨਸਰ ਕਿੰਨਾ ਆਊਗਾ, ਮੀਨਜ਼ 22.2 ਆਊਗਾ। ਇਹ ਕਿਸ ਤੋਂ ਗ੍ਰੇਟਰ ਹੈ, 20 ਤੋਂ ਗ੍ਰੇਟਰ ਹੈ ਨਾ ਇਸ ਦੀ ਵੈਲਿਊ। ਤਾਂ ਮੀਨਜ਼ ਜਿਹੜਾ ਆਨਸਰ ਆਊਗਾ ਆਪਣਾ ਕੀ ਬਣੂਗਾ, ਮੋਰ ਦੈਨ 20% ਕੀ ਹੋਊਗਾ ਉਸਨੂੰ ਪ੍ਰੋਫਿਟ ਹੋਊਗਾ। ਹੋਪ ਇਹ ਕੁਐਸਚਨ ਤੁਹਾਨੂੰ ਕਲੀਅਰ ਹੋਇਆ ਹੋਗਾ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ।
ਨੈਕਸਟ ਵੀ ਆਪਣੇ ਕੋਲੇ ਲੋਸ ਪ੍ਰੋਫਿਟ ਦਾ ਹੀ ਸਮ ਹੈ। ਕਹਿੰਦੇ ਐਨ ਇਨਕਰੀਜ਼ ਆਫ ₹3 in selling price of an article turns a loss of 7.5% into gain of 7.5% the cost price of article। ਅਗਰ ਉਹ ਕਹਿੰਦੇ ਆਪਾਂ ਸੈਲਿੰਗ ਪ੍ਰਾਈਸ ਦੇ ਵਿੱਚ 3 ਰੁਪਏ ਦਾ ਇਨਕਰੀਜ਼ ਕਰਦੇ, ਵਾਧਾ ਕਰਦੀ, ਕਹਿੰਦਾ ਜਿਹੜਾ ਲੋਸ 7.5 ਰੁਪਏ ਦਾ ਉਹ ਕਿਸ 'ਚ ਚੇਂਜ ਹੋ ਜਾਂਦਾ, 7.5% ਲਾਭ ਦੇ ਰੂਪ ਦੇ ਵਿੱਚ ਕੀ ਹੋ ਜਾਂਦਾ, ਕਨਵਰਟ ਹੋ ਜਾਂਦਾ। ਤਾਂ ਆਪਾਂ ਨੇ ਦੱਸਣਾ ਵੀ ਕੋਸਟ ਪ੍ਰਾਈਸ ਕਿੰਨਾ ਹੋਊਗਾ। ਹੁਣ ਆਪਾਂ ਨੇ ਸਪੋਜ਼ ਕਰ ਲਿਆ ਵੀ ਜਿਹੜਾ ਸੀ ਪੀ ਹੈ, ਦੇਖੋ ਕਿਸੇ ਨਾ ਕਿਸੇ ਤੇ ਤਾਂ ਖਰੀਦੀ ਹੋਊਗੀ ਨਾ, ਆਪਾਂ ਨੇ ਸਪੋਜ਼ ਕਰ ਲਿਆ 100x ਦਾ, ਮੰਨ ਲਓ ਕੀ ਸੀਗਾ ਸੀ ਪੀ ਹੈ। ਹੁਣ ਪਹਿਲਾਂ ਉਹਨੂੰ ਕੀ ਹੁੰਦਾ, ਲੋਸ ਕਿੰਨਾ ਹੁੰਦਾ 7.5% ਦਾ, ਮੀਨਸ 7.5% ਕਿੰਨਾ ਹੋ ਗਿਆ 7.5 ਹੋ ਗਿਆ ਨਾ, 100 'ਤੇ ਕੈਲਕੂਲੇਟ ਕਰਾਂਗੇ ਆਪਾਂ। ਤਾਂ ਐਸ ਪੀ ਕਿੰਨਾ ਹੋ ਗਿਆ ਹੋਊਗਾ, ਮੀਨਸ ਵੇਚੀ ਕਿੰਨੇ ਦੀ ਹੋਏਗੀ, ਉਹਨੇ ਵੇਚਿਆ ਹੋਊਗਾ ਉਹਨੂੰ 92.5 'ਤੇ, 100 ਦੇ ਵਿੱਚੋਂ ਆਪਾਂ 7.5 ਰੁਪਏ ਘਟਾ ਦਾਂਗੇ ਜਾਂ ਸਪੋਜ਼ ਕਰ ਲਓ। ਫਿਰ ਅਗਰ ਸੀ ਪੀ ਆਪਣੇ ਕੋਲ 100x ਹੀ ਹੈ, ਦੇਖੋ ਕੋਸਟ ਪ੍ਰਾਈਸ ਦਾ ਸੇਮ ਹੀ ਰਹੂਗਾ। ਜਦੋਂ ਪ੍ਰੋਫਿਟ ਹੋਇਆ ਉਹਨੂੰ ਕਿੰਨੇ ਦਾ 7.5 ਦਾ, 7.5 ਦਾ ਕੀ ਹੋ ਗਿਆ ਪ੍ਰੋਫਿਟ। ਤਾਂ ਸੈਲਿੰਗ ਪ੍ਰਾਈਸ ਜਦੋਂ ਪ੍ਰੋਫਿਟ ਹੋਇਆ ਉਹਨੂੰ ਤਾਂ ਉਹਨੇ ਕੀ ਵੇਚੀ ਕਿੰਨੀ ਰਹੂਗੀ 107 ਦੀ, 107.5। ਹੁਣ ਇਹਨਾਂ ਦੋਨਾਂ ਦਾ ਡਿਫਰੈਂਸ ਕਿੰਨਾ ਦਾ, ਕਹਿੰਦੇ 3 ਦਾ। ਤਾਂ ਇਟ ਮੀਨਸ ਆਪਣੇ ਕੋਲ ਕਿੰਨਾ ਆ ਗਿਆ 107.5x ਮਾਈਨਸ ਕਿੰਨਾ ਕਰਾਂਗੇ ਆਪਾਂ 92.5, ਕਿਹਦੇ ਕੋਲ ਆਊਗਾ ਉਹ 3 ਦੇ ਕੋਲ। ਦੇਖੋ 3 ਦਿੱਤਾ ਹੋਇਆ ਸੀ ਡਿਫਰੈਂਸ, ਤਾਂ ਇਹਨੂੰ ਇਹਦੇ ਵਿੱਚੋਂ ਸਬਟਰੈਕਟ ਕਰਿਆ, ਕਿੰਨਾ ਰਹਿ ਗਿਆ 15x ਕਿਹਦੇ ਕੋਲ ਆ ਗਿਆ 3। ਹੁਣ ਇੱਥੋਂ x ਦੀ ਵੈਲਿਊ ਕਿੰਨੀ ਆ ਜਾਊ ਆਪਣੇ ਕੋਲ 3/15, ਇਹਨੂੰ ਕੈਂਸਲ ਕਰਾਂਗੇ 5 ਤੇ 15 1/5। ਬਟ ਆਪਾਂ ਨੂੰ x ਦੀ ਵੈਲਿਊ ਚਾਹੀਦੀ, ਆਪਾਂ ਨੂੰ ਚਾਹੀਦੀ ਹੈ 100x ਦੀ, ਮੀਨਸ 100x ਦੀ ਵੈਲਿਊ ਚਾਹੀਦੀ ਹੈ। ਆਪਾਂ ਇੱਥੇ x ਦੀ ਵੈਲਿਊ ਆਪਾਂ ਸੀ ਪੀ ਕਿੰਨਾ ਆ ਜਾਊਗਾ ਆਪਣੇ ਕੋਲ, ਦੇਖੋ ਸੀ ਪੀ 100 ਮਲਟੀਪਲਾਈ 1/5, 20/100 ਹੁੰਦਾ, ਤਾਂ ਇਟ ਮੀਨਸ ਸੀ ਪੀ ਕਿੰਨਾ ਆ ਗਿਆ ਆਪਣੇ ਕੋਲ 20 ਰੁਪਏ ਆ ਜਾਏਗਾ। ਤਾਂ ਇਸਦਾ ਰਾਈਟ ਆਂਸਰ ਕਿੰਨਾ ਬਣ ਜਾਊਗਾ, ਆਪਸ਼ਨ ਨੰਬਰ ਸੀ 20 ਰੁਪਏ। ਤਾਂ ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਹੈ ਇਹ ਵੀ ਲੋਸ ਤੇ ਪ੍ਰੋਫਿਟ ਦਾ ਸਮ ਹੈ। ਕਹਿੰਦੇ ਇਹ ਟਰੇਡਰ ਮਾਰਕੀਟ ਦਾ ਪ੍ਰਾਈਸ ਆਫ ਏ ਪ੍ਰੋਡਕਟ ਇਨ ਸੱਚ ਅ ਵੇ ਦੈਟ ਇਟ ਇਜ਼ 20% ਮੋਰ ਦੈਨ ਇਟਸ ਕੋਸਟ ਪ੍ਰਾਈਸ। ਹੀ ਅਲਾਉਸ 10% ਡਿਸਕਾਊਂਟ ਔਨ ਦਾ ਮਾਰਕੀਟ ਪ੍ਰਾਈਸ ਟੂ ਦਾ ਕਸਟਮਰ, ਦੈਨ ਹਿਸ ਗੇਨ ਇਜ਼। ਇੱਕ ਗੱਲ ਦੇਖੋ ਉਹਨੇ ਕਿਹਾ ਹੋਇਆ, ਕਹਿੰਦੇ ਜਿਹੜਾ ਪ੍ਰੋਡਕਟ ਦਾ ਪ੍ਰਾਈਸ ਹੈ ਉਹ ਕਹਿੰਦਾ ਕੀ ਰੱਖਦਾ 20% ਜ਼ਿਆਦਾ ਰੱਖਦਾ ਦੈਨ ਦਾ ਕੋਸਟ ਪ੍ਰਾਈਸ। ਹੁਣ ਆਪਾਂ ਨੇ ਸਪੋਜ਼ ਕਰ ਲਿਆ, ਦੇਖੋ ਉਹਦੀ ਕੋਸਟ ਪ੍ਰਾਈਸ ਆਪਾਂ ਨੂੰ ਲੈਟ ਕਰਨੀ ਪਊ, ਸਪੋਜ਼ ਕਰ ਲਿਆ ਵੀ 100 ਹੈ, ਤਾਂ ਜਿਹੜਾ ਐਮ ਆਰ ਪੀ ਰੱਖਦਾ ਉਹ ਐਮ ਆਰ ਪੀ ਕਿੰਨਾ ਰੱਖਦਾ 20% ਜ਼ਿਆਦਾ ਰੱਖਦਾ, ਮੀਨਸ 120 ਹੀ ਰੱਖੂਗਾ। ਫਿਰ ਉਹ ਕਹਿੰਦੇ ਕਿ 10% ਦਾ ਕੀ ਦਿੰਦਾ ਡਿਸਕਾਊਂਟ, 10% ਦਾ ਡਿਸਕਾਊਂਟ ਕਿਸ 'ਤੇ ਦਿੰਦਾ ਐਮ ਆਰ ਪੀ ਦੇ ਉੱਪਰ। ਹੁਣ 120 ਦਾ ਆਪਾਂ 10% ਕੱਢਾਂਗੇ, 10/100 ਕਿੰਨਾ ਜੋ ਕੈਂਸਲ ਕਰਕੇ ਕਿੰਨਾ ਆ ਗਿਆ 12, ਮੀਨਸ 12 ਰੁਪਏ ਦਾ ਉਹਨੇ ਕੀ ਕਰਤਾ ਡਿਸਕਾਊਂਟ ਦੇਤਾ। ਤਾਂ ਐਸ ਪੀ ਕਿੰਨਾ ਰਹਿ ਗਿਆ, ਹੁਣ 120 ਦੇ ਵਿੱਚੋਂ 12 ਘਟਾਏ ਕਿੰਨੇ ਰਹਿ ਗਏ 108 ਰਹਿ ਗਏ। ਹੁਣ ਦੇਖੋ ਸੀ ਪੀ ਹੈਗਾ 100, ਐਸ ਪੀ ਹੈਗਾ 108, ਤਾਂ ਉਹਨੂੰ ਕੀ ਹੋਇਆ ਪ੍ਰੋਫਿਟ ਹੋਇਆ। ਪ੍ਰੋਫਿਟ ਕਿੰਨਾ ਹੋਇਆ, ਦੇਖੋ ਕਿੰਨਾ ਹੋ ਗਿਆ 8 ਰੁਪਏ ਦਾ ਪ੍ਰੋਫਿਟ ਹੋਇਆ ਨਾ। ਤਾਂ ਪ੍ਰੋਫਿਟ ਕਿਵੇਂ ਕੱਢ ਦੇਣਾ 8/ਸੀ ਪੀ, ਨੀਚੇ ਆ ਗਿਆ 100 ਮਲਟੀਪਲਾਈ ਕਿਸ ਨਾਲ ਕਰਾਂਗੇ 100 ਨਾਲ, 100 ਨਾਲ 100 ਹੋ ਗਿਆ ਕੈਂਸਲ, ਕਿੰਨਾ ਆ ਗਿਆ 8% ਦਾ ਕੀ ਹੋ ਗਿਆ ਉਹਨੂੰ ਗੇਨ ਹੋ ਗਿਆ। ਤਾਂ ਇਹਦਾ ਰਾਈਟ ਆਂਸਰ ਕੀ ਬਣ ਜੂਗਾ ਆਪਸ਼ਨ ਏ 8%। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਹੈ ਕੁਐਸਚਨ ਨੰਬਰ 4। ਇਫ ਏ ਕੈਨ ਡੂ 1/4 of work in 3 days and B can do 1/6 of the same work in 4 days, how much will A get if both work together and are paid 180 ਰੁਪਏ in all। ਉਹ ਕਹਿੰਦੇ ਦੇਖੋ A ਹੈ ਜਿਹੜਾ 1/4 ਹਿੱਸਾ ਆਫ ਵਰਕ ਕਿੰਨੇ ਦਿਨਾਂ 'ਚ ਕਰਦਾ 3 ਦਿਨਾਂ ਦੇ ਵਿੱਚ, B 1/6 ਆਫ ਦਾ ਸੇਮ ਵਰਕ ਕਿੰਨੇ ਦਿਨ 'ਚ ਕਰਦਾ 4 ਦਿਨਾਂ ਵਿੱਚ। ਆਪਾਂ ਨੂੰ ਦੇਖਾਂਗੇ ਇੱਕ ਗੱਲ ਦੇਖੋ, ਜਿਹੜਾ A ਹੈ ਉਹ ਕਰਦਾ 3 ਦਿਨਾਂ ਦੇ ਵਿੱਚ ਕਿੰਨਾ ਹਿੱਸਾ 1/4, ਜਿਹੜਾ B ਹੈ B ਕਿੰਨਾ ਕਰਦਾ 1/6 ਕਿੰਨੇ ਦਿਨਾਂ ਦੇ ਵਿੱਚ 4 ਦਿਨਾਂ ਦੇ ਵਿੱਚ। ਤਾਂ ਇੱਕ ਗੱਲ ਦੇਖੋ, ਜਿਹੜਾ A ਆ ਉਹ ਪੂਰਾ ਕੰਮ ਕਿੰਨੇ ਦਿਨਾਂ 'ਚ ਕਰੂਗਾ 12 ਦਿਨਾਂ ਦੇ ਵਿੱਚ ਕਰੂਗਾ ਨਾ, 4 ਦੀ 3 ਨਾਲ ਮਲਟੀਪਲਾਈ ਹੋ ਜੂ। ਜਿਹੜਾ B ਆ ਉਹ ਪੂਰਾ ਕੰਮ ਕਿੰਨੇ ਦਿਨਾਂ 'ਚ ਕਰੂਗਾ 24 ਦਿਨਾਂ ਦੇ ਵਿੱਚ। ਇਹ ਆ ਗਿਆ ਆਪਣੇ ਕੋਲ ਇੱਥੋਂ ਰਿਲੇਸ਼ਨ। ਹੁਣ ਇੱਕ ਮੈਂ ਦੁਬਾਰਾ ਲਿਖ ਰਿਹਾ, ਦੇਖੋ ਆਪਣੇ ਕੋਲ ਕਿੰਨਾ ਆ ਗਿਆ A ਹੈ ਕਿਸੇ ਕੰਮ ਨੂੰ ਪੂਰਾ ਕੰਮ ਕਿੰਨੇ ਦਿਨਾਂ 'ਚ ਕੰਪਲੀਟ ਕਰ ਗਿਆ 12 ਦਿਨਾਂ ਦੇ ਵਿੱਚ। ਜੋ B ਹੈ ਉਹ ਕਿੰਨੇ ਦਿਨਾਂ 'ਚ ਕੰਮ ਕੰਪਲੀਟ ਕਰੂਗਾ 6 ਚੌਕਾ 24 ਦਿਨਾਂ ਦੇ ਵਿੱਚ। ਤਾਂ ਆਪਾਂ ਇਸ ਦੀ ਕੈਲਕੂਲੇਟ ਕਰਾਂਗੇ ਐਫੀਸ਼ੀਐਂਸੀ। ਪਹਿਲਾਂ 12 ਅਤੇ 24 ਦਾ ਐਲਸੀਐਮ ਲਿੱਤਾ, ਕਿੰਨਾ ਆ ਗਿਆ 24 ਆ ਗਿਆ। ਹੁਣ 24 ਨੂੰ 12 'ਤੇ ਡਿਵਾਈਡ ਕੀਤਾ, 12 ਤੋਂ 24 2, 24 ਨੂੰ 24 'ਤੇ ਡਿਵਾਈਡ ਕੀਤਾ 1। ਤਾਂ ਐਫੀਸ਼ੀਐਂਸੀ ਕਿੰਨੀ ਆ ਗਈ A ਅਤੇ B ਦੀ, A/B ਕਿੰਨੀ ਆ ਗਈ 2/1। ਹੁਣ ਦੇਖੋ ਉਹਨੇ ਕਿਹਾ ਦੋਨਾਂ ਨੂੰ ਕਿੰਨੇ ਰੁਪਏ ਮਿਲਦੇ ਨੇ 180, ਮੀਨਸ A ਅਤੇ B ਨੂੰ, ਮੀਨਸ 2 + 1 ਦੋਨਾਂ ਨੂੰ ਕਿੰਨਾ ਮਿਲਦਾ 180 ਰੁਪਏ ਮਿਲਦੇ ਨੇ। ਮੀਨਸ ਜਿਹੜੀ 3 ਦੀ ਵੈਲੂ ਹੈ, 3 ਦੀ ਵੈਲੂ ਕਿਹਦੇ ਕੋਲ ਬਣ ਗਈ 180 ਦੇ ਵਿੱਚ,
180 ਦੇ ਇਕੁਅਲ ਆ ਗਈ। ਤਾਂ 1 ਦੀ ਵੈਲਿਊ ਕਿੰਨੀ ਆ ਜੂਗੀ 180/3 ਕਿੰਨਾ ਕੱਟ ਕੇ ਆ ਜੂਗਾ 60 ਆ ਗਿਆ 6 ਤੇ 18। 1 ਦੀ ਵੈਲਿਊ ਕਿਹਦੇ ਇਕੁਅਲ ਆ 60 ਦੇ ਇਕੁਅਲ। ਆਪਾਂ ਨੇ ਕੱਢਣੀ ਆ ਏ ਦਾ ਸ਼ੇਅਰ। ਏ ਦਾ ਸ਼ੇਅਰ ਕੱਢਣਾ ਵੀ ਕਿੰਨਾ ਮਿਲੂਗਾ ਏ ਨੂੰ। ਤਾਂ ਏ ਦੀ ਐਫੀਸ਼ੀਐਂਸੀ ਕਿੰਨੀ ਹੈ 2 ਨੂੰ ਕਿਸ ਨਾਲ ਮਲਟੀਪਲਾਈ ਹੋ ਜੂਗੀ 60 ਨਾਲ ਕਿੰਨਾ ਆ ਜੂਗਾ ਮਲਟੀਪਲਾਈ ਕਰਕੇ 6 ਦੂਣੀ 12 120 ਆ ਜਾਏਗਾ। ਇਹਦਾ ਰਾਈਟ ਆਂਸਰ ਕਿੰਨਾ ਬਣੂਗਾ ਆਪਸ਼ਨ ਨੰਬਰ ਡੀ 120। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਆ ਕੁਐਸਚਨ ਨੰਬਰ 5th। A train is running at the speed 36 km/h completely cross another having half of its length and traveling in opposite direction at a speed 54 km/h in 12 ਸਕਿੰਟ ਦੇ ਵਿੱਚ। It passes the platform in 1.5 minute then length of the platform is। ਆਪਾਂ ਨੇ ਪਲੇਟਫਾਰਮ ਦੀ ਲੈਂਥ ਦੱਸਣੀ ਹੈ। ਪਹਿਲਾਂ ਇੱਕ ਗੱਲ ਦੇਖੋ, ਕਹਿੰਦੇ ਇੱਕ ਟ੍ਰੇਨ ਹੈ ਉਹ ਕਿਸ ਸਪੀਡ ਨਾਲ ਜਾ ਰਹੀ ਹੈ 36 ਕਿਲੋਮੀਟਰ ਦੀ ਸਪੀਡ ਨਾਲ ਜਾ ਰਹੀ ਹੈ। ਕਿਸ ਨੂੰ ਪਾਸ ਕਰਦੇ ਆ ਉਹ ਜੇ ਇੱਕ ਦੂਸਰੀ ਟ੍ਰੇਨ ਹੈ ਜਿਸ ਦੀ ਉਸ ਤੋਂ ਹਾਫ ਲੈਂਥ ਹੈ। ਕਹਿੰਦਾ ਉਹਨੂੰ ਕਿੰਨੇ ਸਕਿੰਟ ਦੇ ਵਿੱਚ ਪਾਸ ਕਰ ਦਿੰਦੇ 12 ਸਕਿੰਟ ਦੇ ਵਿੱਚ ਅਤੇ ਉਹਦੀ ਸਪੀਡ ਕਿੰਨੀ ਹੈ 54 ਕਿਲੋਮੀਟਰ। ਤਾਂ ਦੇਖੋ ਇਹਨੂੰ ਕਿਵੇਂ ਕੁਐਸਚਨ ਨੂੰ ਕਿਵੇਂ ਕਰਾਂਗੇ। ਦੇਖੋ ਇਹ ਕੁਐਸਚਨ ਨੂੰ ਪਹਿਲਾਂ ਆਪਾਂ ਨੂੰ ਟ੍ਰੇਨ ਦੀ ਲੈਂਥ ਨਹੀਂ ਪਤਾ, ਪਰ ਟ੍ਰੇਨ ਦੀ ਲੈਂਥ ਮੰਨ ਲਈ ਐਕਸ ਅਤੇ ਦੂਸਰੀ ਲੈਂਥ ਕਿੰਨੀ ਹੈ ਹਾਫ ਆ ਉਹ ਤੋਂ ਮੀਨਜ਼ x/2 ਹੀ ਹੋਏਗੀ ਨਾ, ਅੱਧੀ। ਫਿਰ ਆਪਾਂ ਕਰਾਂਗੇ ਉਹਨਾਂ ਦੀ ਸਪੀਡ ਦੇਖੋ, ਪਹਿਲੇ ਦੀ ਹੈਗੀ ਹੈ 36 ਦੂਸਰੇ ਦੀ ਹੈਗੀ ਹੈ 54। ਹੁਣ ਉਹਨੇ ਕਿਹਾ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਜਦੋਂ ਓਪੋਜ਼ਿਟ ਹੋਵੇ ਤਾਂ ਉਹਨਾਂ ਦਾ ਆਪਾਂ ਕਰਾਂਗੇ ਪਲੱਸ 36 + 54। ਹੁਣ ਜਿਹੜੀ ਟ੍ਰੇਨ ਆ ਉਹ ਮੀਟਰ ਦੇ ਵਿੱਚ ਹੋਏਗੀ, ਇੱਥੇ ਆਪਣੇ ਕੋਲ km/h ਦੇ, ਤਾਂ ਇਹਨੂੰ ਆਪਾਂ ਮੀਟਰ ਪਰ ਸੈਕਿੰਡ ਦੇ ਵਿੱਚ ਬਦਲਾਂਗੇ। ਇਸ ਦੇ ਵਿੱਚ ਆਪਾਂ ਕੀ ਕਰ ਦੇਣਾ 5/18 ਨਾਲ ਕਰਾਂਗੇ ਇਹਨੂੰ ਮਲਟੀਪਲਾਈ। ਇਹ ਕਿਸ ਦੇ ਇਕੁਅਲ ਆ ਜਾਊਗਾ, ਇਹ ਕਹਿੰਦੇ 12 ਸਕਿੰਟ ਦੇ ਵਿੱਚ ਇਕੁਅਲ ਆ ਜਾਊਗਾ। ਦੇਖੋ ਆਪਣੇ ਕੋਲ ਫਾਰਮੂਲਾ ਹੁੰਦਾ ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ ਵਾਲਾ ਹੁੰਦਾ, ਠੀਕ ਆ, ਉਹ ਵਾਲੀ ਅਪਲਾਈ ਕੀਤਾ ਇਸ ਦੇ ਉੱਪਰ। ਦੇਖੋ ਇਹਨੂੰ ਜਦੋਂ ਸੋਲਵ ਕਰਾਂਗੇ ਆਪਾਂ, ਹੁਣ ਇਹਨੂੰ ਸੋਲਵ ਕੀਤਾ, ਦੇਖੋ ਆਹ ਉੱਪਰਲਾ ਕਿੰਨਾ ਬਣ ਜੂਗਾ, ਇਹ ਬਣ ਜੂਗਾ 3x/2 ਨੀਚੇ ਆ ਗਿਆ ਦੇਖੋ 36 + 54 ਕਿੰਨੇ ਬਣ ਗਏ ਇਹ 90 × 5/18। ਦੇਖੋ 18 5 90 ਕੈਂਸਲ ਹੋ ਗਿਆ ਇਸ ਨਾਲ। ਇੱਧਰ ਆਪਣੇ ਕੋਲ ਕਿੰਨਾ ਚੱਲ ਰਿਹਾ ਸੀ ਹੈਗਾ ਸੀ 12 ਇਕੁਅਲ। ਹੁਣ ਦੇਖੋ ਕਿੰਨਾ ਰਹਿ ਗਿਆ ਸੀਗਾ, ਇੱਧਰ ਲਿਖ ਰਿਹਾ ਮੈਂ 3x/2 ਇਜ਼ ਇਕੁਅਲ ਟੂ, ਇੱਥੇ ਇੱਕ 5 ਇਹ ਰਹਿ ਗਿਆ ਸੀ, ਇੱਕ ਇਹ ਰਹਿ ਗਿਆ ਸੀ, ਇੱਧਰ 12 ਪਿਆ ਸੀ, 12 × 5 × 5 ਇੰਨਾ ਆ ਗਿਆ। ਹੁਣ ਇਹਨੂੰ ਦੇਖੋ ਸੋਲਵ ਕਰਾਂਗੇ, ਆਹ 3 ਨਾਲ ਕੈਂਸਲ ਹੋ ਗਿਆ, 4 × 12 ਕੈਂਸਲ ਹੋ ਗਿਆ। ਤਾਂ ਆਪਣੇ ਕੋਲ ਐਕਸ ਦੀ ਵੈਲਿਊ ਕਿੰਨੀ ਆ ਗਈ ਦੇਖੋ, 1 2 ਇਹ ਵੀ ਪਿਆ ਸੀ, ਬਾਕੀ ਉੱਪਰ ਕਿੰਨਾ 4 5 × 5 ਅਤੇ ਨੀਚੇ ਆ ਗਿਆ 2। ਦੇਖੋ 25 ਚੌਕਾ 100 100 ਗੁਣਾ 200, ਤਾਂ ਐਕਸ ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 200। ਤਾਂ ਜਿਹੜੀ ਐਕਸ ਆਪਾਂ ਨੇ ਕੀ ਸਪੋਜ਼ ਕੀਤਾ ਸੀ ਟ੍ਰੇਨ ਦੀ ਲੈਂਥ, ਮੀਨਜ਼ ਇੱਥੋਂ ਆਪਣੇ ਕੋਲ ਕੀ ਮਿਲ ਗਿਆ ਆਪਾਂ ਨੂੰ ਟ੍ਰੇਨ ਦੀ ਲੈਂਥ ਕਿੰਨੀ ਆ ਗਈ 200। ਹੁਣ ਆਪਾਂ ਨੇ ਟ੍ਰੇਨ ਦੀ ਲੈਂਥ ਨਹੀਂ ਕੈਲਕੂਲੇਟ ਕਰਨੀ ਸੀ, ਆਪਾਂ ਨੇ ਪਲੇਟਫਾਰਮ ਦੀ ਲੈਂਥ ਕੈਲਕੂਲੇਟ ਕਰਨੀ ਹੈ। ਹੁਣ ਦੇਖੋ ਇਹਨੂੰ ਕਿਵੇਂ ਲਿਖਾਂਗੇ, ਹੁਣ ਆਪਣੇ ਕੋਲ ਟ੍ਰੇਨ ਦੀ ਲੈਂਥ ਆ ਗਈ ਸੀ 200, ਆਪਾਂ ਨੇ ਪਲੇਟਫਾਰਮ ਦੀ ਲੈਂਥ ਕੈਲਕੂਲੇਟ ਕਰ ਲਾਂਗੇ। ਦੇਖੋ ਉਹਨੂੰ ਕਿਵੇਂ ਕਰਾਂਗੇ 200, ਆਪਾਂ ਨੂੰ ਪਲੇਟਫਾਰਮ ਦੀ ਲੈਂਥ ਨਹੀਂ ਪਤਾ, ਉਹਨੂੰ ਆਪਾਂ ਪੀ ਰੱਖ ਲਿਆ। ਹੁਣ ਦੇਖੋ ਟਾਈਮ ਕਿੰਨਾ ਲੱਗਦਾ ਸੀ ਉਸਨੂੰ, ਜਿਹੜੀ ਸਪੀਡ ਕਿੰਨੀ ਹੈ ਉਸਦੀ ਪਹਿਲੀ ਟ੍ਰੇਨ ਦੀ 36 ਲਿਖਾਂਗੇ। ਇਹ ਕਿਸ ਦੇ ਵਿੱਚ ਕਿਲੋਮੀਟਰ, ਇਹਨੂੰ ਮੀਟਰ ਪਰ ਸੈਕਿੰਡ ਦੇ ਵਿੱਚ ਬਦਲਣ ਲਈ 5/18 ਨਾਲ ਮਲਟੀਪਲਾਈ ਕਰਤਾ, ਕਿਸ ਦੇ ਇਕੁਅਲ ਆਇਆ 1.5 ਮਿੰਟ ਦੇ ਵਿੱਚ। ਇਹਨੂੰ ਸਕਿੰਟ ਦੇ ਵਿੱਚ ਕਨਵਰਟ ਕੀਤਾ, ਦੇਖੋ 1.5 ਮਿੰਟ ਕਿਹਦੇ ਇਕੁਅਲ ਹੁੰਦਾ ਆਪਣੇ ਕੋਲ 90 ਸਕਿੰਟ ਦੇ ਇਕੁਅਲ, 90 ਦੇ ਇਕੁਅਲ ਰੱਖਿਆ। ਦੇਖੋ ਇਹਨੂੰ ਕੈਂਸਲ ਕੀਤਾ 18 × 36 2 'ਤੇ ਕੈਂਸਲ ਹੋ ਗਿਆ, ਕਿੰਨਾ ਆ ਗਿਆ 200 + p ਇਜ਼ ਇਕੁਅਲ ਟੂ, ਦੇਖੋ 5 ਦੂਣੀ 10 ਉੱਧਰ 90 × 10 ਕਿੰਨਾ ਬਣ ਗਿਆ ਆਪਣੇ ਕੋਲ ਪਲੇਟਫਾਰਮ ਦੀ ਲੈਂਥ ਕਿੰਨੀ ਆ ਜੂਗੀ, ਇਹ ਆ ਗਿਆ 900 - 200 ਕਿੰਨਾ ਆ ਜੂਗਾ 700। ਤਾਂ ਇਸਦਾ ਰਾਈਟ ਆਂਸਰ ਕਿੰਨਾ ਬਣ ਜੂਗਾ ਆਪਸ਼ਨ ਨੰਬਰ ਸੀ 7 ਮੀਟਰ। ਤਾਂ ਇਹਦਾ ਰਾਈਟ ਆਂਸਰ ਆ ਗਿਆ ਆਪਸ਼ਨ ਨੰਬਰ ਸੀ। ਤਾਂ ਦੇਖੋ ਇਹ ਕੁਐਸਚਨ ਤੁਸੀਂ ਐਵੇਂ ਕਰ ਸਕਦੇ ਹੋ, ਜਦੋਂ ਤੁਸੀਂ ਆਪਣੇ ਆਪ ਕਰੋਗੇ ਉਦੋਂ ਟਾਈਮ ਘੱਟ ਲੱਗੂਗਾ, ਕਿਉਂ ਸਮਝਾਉਣ ਕਰਕੇ ਜ਼ਿਆਦਾ ਟਾਈਮ ਲੱਗ ਜਾਂਦਾ, ਇਹ ਨਾ ਸੋਚੋ ਵੀ ਜ਼ਿਆਦਾ ਲੈਂਥੀ ਹੋ ਗਿਆ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਆ ਕੁਐਸਚਨ ਨੰਬਰ 6। A is twice fast as B and B is thrice fast as C. The journey covered by C in 42 minutes will be covered by A. ਆਪਾਂ ਨੇ A ਦੱਸਣਾ ਵੀ ਕਿੰਨਾ ਟਾਈਮ ਲਊਗਾ ਕਵਰ ਕਰਨ ਦੇ ਲਈ। ਹੁਣ ਦੇਖੋ ਆਪਣੇ ਕੋਲ ABC ਨੇ, A B ਅਤੇ C। ਹੁਣ ਆਪਾਂ ਨੇ ਸਪੋਜ਼ ਕਰ ਲਿਆ ਵੀ ਜਿਹੜਾ C ਹੈ ਉਹ x ਮਿੰਟ ਲੈ ਰਿਹਾ, ਜਿਹੜਾ B ਹੈ ਉਹ ਥਰਾਈਸ ਹੈ, ਮੀਨਜ਼ 3 ਗੁਣਾ ਟਾਈਮ ਲਊਗਾ। ਜਿਹੜਾ ਟਾਈਮ ਨਹੀਂ ਸਪੀਡ, ਦੇਖੋ ਫਾਸਟ ਹੈ, ਜੇ C x ਗੁਣਾ ਫਾਸਟ ਹੈ, B ਕਿੰਨਾ ਉਹ ਤੋਂ 3 ਗੁਣਾ ਫਾਸਟ ਹੈ। ਜਿਹੜਾ A ਹੈ, A ਕਿੰਨਾ ਟਵਾਈਸ ਕਿਸ ਦਾ B ਦਾ, ਤਾਂ 3 ਦੂਣੀ 6x ਬਣ ਗਿਆ। ਸਾਰੇ x ਦੇ ਵਿੱਚੋਂ ਆਪਾਂ ਕੈਂਸਲ ਕਰਤੇ ਆ x, ਇਹ ਰੇਸ਼ੋ ਹੋ ਗਈ ਆਪਣੇ ਕੋਲ, ਰੇਸ਼ੋ ਕਿੰਨੀ ਬਣ ਗਈ 6 3 ਅਤੇ 1। ਹੁਣ ਇੱਕ ਗੱਲ ਦੇਖੋ, ਜਿਹੜੀ C ਦੀ ਉਹਨੇ ਕਿਹਾ ਹੋਇਆ C ਹੈ ਜਿਹੜਾ ਕਿੰਨੇ ਮਿੰਟ ਲੈਂਦਾ 42 ਲੈਂਦਾ,
ਸੀ ਕਿਸੇ डिस्टेंस ਨੂੰ कवर करने ਲਈ 42 ਮਿੰਟ ਲੈ ਰਿਹਾ। ਆਪਾਂ ਦੱਸਣਾ ए ਕਿੰਨਾ ਟਾਈਮ ਲਊਗਾ। देखो ए ਦੀ ਸਪੀਡ ਇਹ ਸਭ ਤੋਂ ਜ਼ਿਆਦਾ ਫਾਸਟ ਹੈ, ਮੀਨਸ ਸਭ ਤੋਂ ਘੱਟ ਟਾਈਮ ਲਊਗਾ ਨਾ। ਆਪਾਂ ਕਰਾਂਗੇ 42 ਨੂੰ 6 ਤੇ ਡਿਵਾਈਡ ਕਰ ਦਾਂਗੇ। देखो 42/6 7 6 42 7 ਆ ਜੂਗਾ ਤਾਂ ਕੱਟ ਕੇ, ਤਾਂ ਕਿੰਨੇ ਮਿੰਟ ਲਊਗਾ ਉਹ 7 ਮਿੰਟ ਲਊਗਾ। ਠੀਕ ਹੈ ए। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ 'ਤੇ। ਨੈਕਸਟ ਆਉਣਗੇ ਰੀਜਨਿੰਗ ਦੇ ਕੁਐਸਚਨ। ਦੇਖੋ ਰੀਜਨਿੰਗ ਦੇ ਵਿੱਚ ਦੇਖਦੇ ਹਾਂ ਕਿਹੜੇ ਕੁਐਸਚਨ ਨੇ। ਫਸਟ ਹੈ ਦੇਖੋ ਇਸ ਦੇ ਵਿੱਚ ਤੁਸੀਂ ਲੌਜਿਕ ਲਗਾਉਣਾ ਹੈ। ਦੇਖੋ ਰਿਪਲੇਸ ਸਾਈਨ ਆਫ ਇੰਟਰੋਗੇਸ਼ਨ ਫਰੋਮ ਗਿਵਨ ਅਲਟਰਨੇਟਿਵਸ। ਤੁਸੀਂ ਲੌਜਿਕਲ ਲਗਾ ਕੇ ਨਾ ਇੱਥੇ ਵੱਲ ਦੱਸਣੇ ਵੀ ਕੀ ਆ ਸਕਦਾ। ਹੁਣ ਦੇਖੋ ਇਸ ਦੇ ਉੱਪਰ ਕੀ ਲੌਜਿਕ ਲੱਗਿਆ ਹੋ ਸਕਦਾ। ਦੇਖੋ ਇੱਥੇ ਉਰੇ ਆ ਰਿਹਾ 2, ਇੱਥੇ ਜੇ ਆਪਾਂ 4 -2 ਕਰਿਆ 4 - 2 ਕਿੰਨਾ ਆ ਰਿਹਾ 2 ਆ ਰਿਹਾ। ਜੇ ਮੈਂ 5 ਦੇ ਵਿੱਚੋਂ 1 ਸਬਟਰੈਕਟ ਕਰਦਾ ਤਾਂ 4 ਵੀ ਆਪਾਂ ਨੂੰ ਮਿਲ ਗਿਆ ਆਪਾਂ ਨੂੰ ਲੌਜਿਕ ਕੀ ਲੱਗਿਆ। ਦੇਖੋ 6 - 3 ਫਿਰ 3 ਆ ਗਿਆ, 6 - 1 5 ਵੀ ਆ ਗਿਆ। ਹੁਣ ਇੱਥੇ ਦੇਖੋ 9 - 5 4 ਆ ਰਿਹਾ। ਉਰੇ ਦੇਖੋ ਕਿੰਨਾ ਲਿਖਾਂ ਵੀ, ਜਿੱਥੇ ਮੈਂ 7 ਲਿਖਦਾ 7 - 1 ਆਪਣੇ ਕੋਲ 6 ਆ ਜਾਊਗਾ। ਤਾਂ ਇਹਦਾ ਰਾਈਟ ਆਂਸਰ ਕੀ ਬਣੂਗਾ, ਆਪਸ਼ਨ ਨੰਬਰ B 7 ਆ ਜਾਏਗਾ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਹੈ ਕੁਐਸਚਨ ਨੰਬਰ 2। ਹਾਊ ਮੈਨੀ ਡੇਜ਼ ਵਿਲ ਦੇਅਰ ਬੀ ਫਰੋਮ 26 ਜਨਵਰੀ 2004 ਟੂ 15 ਮਈ 2004। ਆਪਾਂ ਨੇ ਦੱਸਣਾ ਦੇਖੋ ਬੋਥ ਡੇਜ਼ ਇਨਕਲੂਡ ਕਰਨੇ ਆਪਾਂ ਨੇ 26 ਜਨਵਰੀ ਅਤੇ 15 ਮਈ। ਹੁਣ ਦੇਖੋ ਆਪਾਂ ਕਿਵੇਂ ਕਰਾਂਗੇ। ਪਹਿਲੀ ਗੱਲ ਤਾਂ ਦੇਖੀਏ ਆਪਾਂ ਜਿਹੜਾ 2004 ਹੈ ਨਾ ਇਹ ਲੀਪ ਈਅਰ ਹੈ। ਦੇਖੋ 4 'ਤੇ ਡਿਵਾਈਡ ਹੋ ਰਿਹਾ ਤਾਂ ਇਟ ਮੀਨਸ ਫਰਵਰੀ ਕਿੰਨੇ ਦਿਨਾਂ ਦੀ ਹੋਏਗੀ, ਇਸ ਦੇ ਵਿੱਚ 29th ਡੇ ਦੀ ਹੋਏਗੀ। ਤਾਂ ਦੇਖੋ ਹੁਣ ਪਹਿਲਾਂ ਆਪਾਂ ਨੇ ਜਾਣਾ 26 ਜਨਵਰੀ ਤੋਂ ਜਾਣਾ ਆਪਾਂ ਨੇ 15 ਮਈ ਤੱਕ ਡੇਜ਼ ਦੇਖਣੇ। ਦੇਖੋ 6 ਹੋ ਗਏ, 31 ਹੁੰਦੇ ਨੇ ਜਨਵਰੀ 26 ਤੋਂ ਲੈ ਕੇ ਜਾਣੇ ਨੇ ਆਪਾਂ 26 ਵਿੱਚ ਇਨਕਲੂਡ ਕਰਾਂਗੇ। ਫਿਰ ਫਰਵਰੀ ਕਿੰਨੇ ਦੀ ਆਊਗੀ 29 ਦੀ। ਫਿਰ ਇਸ ਤੋਂ ਬਾਅਦ ਫਰਵਰੀ ਮਾਰਚ ਆ ਗਈ 31 ਦੀ। ਫਿਰ ਆ ਗਈ ਅਪ੍ਰੈਲ 30 ਦੀ। ਫਿਰ 15 ਆ ਗਈ ਮਈ। ਹੁਣ ਇਹਦਾ ਸਾਰਿਆਂ ਦਾ ਪਲੱਸ ਕਰ ਲਓ। ਸਾਰਿਆਂ ਦਾ ਪਲੱਸ ਕਿੰਨਾ ਬਣ ਗਿਆ, ਇਹ ਬਣ ਗਿਆ ਆਪਣੇ ਕੋਲ 111। ਤਾਂ ਇਹਦਾ ਰਾਈਟ ਆਂਸਰ ਕੀ ਬਣੂਗਾ, ਆਪਸ਼ਨ ਨੰਬਰ B 111 ਆ ਜਾਏਗਾ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਆ ਕਹਿੰਦੇ ਇਨ ਏ ਸਰਟਨ ਕੋਡ ਲੈਂਗੁਏਜ ਬੀਟ ਇਜ਼ ਰਿਟਨ ਐਜ਼ YBZG ਦੈਨ ਵਟ ਵਿਲ ਬੀ ਦਾ ਕੋਡ ਆਫ MILD। ਤੁਸੀਂ ਦੱਸਣਾ ਵੀ ਇਸ ਦਾ ਕੋਡ ਕੀ ਬਣੇਗਾ। ਦੇਖੋ ਇਸ ਦੇ ਉੱਪਰ ਕੀ ਲੌਜਿਕ ਲੱਗਿਆ ਹੋ ਸਕਦਾ। ਆਪਾਂ ਨੇ ਪਹਿਲਾਂ ਦੇਖੋ ਬੀਟ BEAT ਇਹਨੂੰ ਲਿਖਿਆ ਹੋਇਆ ਇਹਨਾਂ ਨੇ YBZG। ਦੇਖੋ ਆਪਾਂ ਨੂੰ ਅਲਫਾਬੈਟੀਕਲ ਨੰਬਰਿੰਗ ਦਿੰਦੇ ਹੈਗੇ। ਦੇਖੋ B ਹੁੰਦਾ ਸੈਕਿੰਡ ਪਲੇਸ ਦੇ ਉੱਪਰ, E ਹੁੰਦਾ 5 ਦੇ ਉੱਪਰ, A ਆ ਗਿਆ 1 ਦੇ ਉੱਪਰ, T ਹੁੰਦਾ 20 ਦੇ ਉੱਪਰ। ਠੀਕ ਹੈ। ਜੇ ਆਪਾਂ ਹੁਣ ਦੇਖੋ ਇਹਨੂੰ ਰਿਵਰਸਲੀ ਦੇਖੀਏ, ਜੇ ਆਪਾਂ ਰਿਵਰਸਲੀ ਦੇਖੀਏ Z ਆ ਗਿਆ 1 ਪਲੇਸ ਦੇ ਉੱਪਰ ਅਤੇ G ਆ ਜਿਹੜਾ G ਆ ਰਿਹਾ 20 ਦੇ ਉੱਪਰ, B ਆ ਗਿਆ 5 ਦੇ ਉੱਪਰ ਅਤੇ Y ਆ ਰਿਹਾ 2 ਦੇ ਉੱਪਰ। ਬੈਕ ਸਾਈਡ ਤੋਂ ਦੇਖੀਏ ਜੇ ਆਪਾਂ ਕਾਊਂਟਿੰਗ ਕਰੀਏ ਤਾਂ ਦੇਖੋ ਸੇਮ ਆ ਰਿਹਾ ਨਾ। ਇੱਥੇ 2 5 1 B ਆ ਰਿਹਾ, 2 5 1 B ਆ ਰਿਹਾ। ਹੁਣ ਇੱਥੇ ਦੇਖਦੇ ਆਪਾਂ ਮਿਲਡ MILD। ਹੁਣ ਦੇਖੀਏ ਜੇ ਆਪਾਂ M ਕਿਸ ਤੋਂ M ਨੂੰ ਆਪਾਂ ਕਿੰਨਵੇਂ ਨੰਬਰ 'ਤੇ ਆਉਂਦਾ, M ਆਉਂਦਾ 13 ਦੇ ਉੱਪਰ, I ਕਿਸ ਦੇ ਉੱਤੇ ਆਉਂਦਾ 9 ਦੇ ਉੱਪਰ, L ਆਉਂਦਾ 12 ਦੇ ਉੱਪਰ, D ਆਉਂਦਾ 4 ਦੇ ਉੱਪਰ। ਇਹੀ ਆਉਂਦਾ। ਤਾਂ ਹੁਣ ਆਪਾਂ ਨੇ ਦੇਖਣਾ ਵੀ 13 9 12 ਅਤੇ 4 'ਤੇ ਕਿਹੜੇ ਲੈਟਰਸ ਆਉਣਗੇ। ਜੇ ਆਪਾਂ ਰਿਵਰਸਲੀ ਕਾਊਂਟਿੰਗ ਕਰੀਏ, ਮੰਨ ਲਓ ਬੈਕ ਸਾਈਡ ਤੋਂ ਕਾਊਂਟਿੰਗ ਸ਼ੁਰੂ ਕਰੀਏ ਤਾਂ ਦੇਖੀਏ 13 'ਤੇ ਆਊਗਾ N ਆਏਗਾ, ਫਿਰ 9 'ਤੇ ਆਏਗਾ R ਆਊਗਾ, 12 'ਤੇ ਆਊਗਾ O ਅਤੇ 4 'ਤੇ ਆਊਗਾ ਆਪਣੇ ਕੋਲ W। ਤਾਂ ਇਹਦਾ ਰਾਈਟ ਆਂਸਰ ਕੀ ਬਣੂਗਾ, ਆਪਸ਼ਨ ਨੰਬਰ D ਕੀ ਆ ਗਿਆ ਰਾਈਟ ਆਂਸਰ। ਇਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਹੈ ਕੁਐਸਚਨ ਨੰਬਰ 4। ਦ ਲੈਟਰਸ LMNOPQRSNT in their order are substitution by 9 integers 1 to 9 but not in that order. 4 is assigned to P. The difference between P and T is 5. The difference between N and T is 3. What is the integer assigned for to N? ਹੁਣ ਉਹ ਕਹਿੰਦੇ ਦੇਖੋ ਆਪਣੇ ਕੋਲ ਨੰਬਰਸ ਨੇ LMN ਸੀਰੀਜ਼ ਦਿੱਤੀ ਹੋਈ ਹੈ। ਉਹ ਕਹਿੰਦੇ ਇਹਨੂੰ ਆਪਾਂ ਨੇ ਵੈਲਿਊ ਸਾਈਨ ਕਰਨੇ ਨੇ 1 ਤੋਂ ਲੈ ਕੇ 9, ਪਰ ਇਸ ਆਰਡਰ 'ਚ ਨਹੀਂ ਜਿਸ 'ਚ ਲਿਖੇ ਹੋਏ ਨੇ, ਕਿਵੇਂ ਵੀ ਹੋ ਸਕਦੇ ਨੇ। ਹੁਣ ਜਿਹੜੀ ਉਹ ਕਹਿੰਦੇ 4 ਜਿਹੜੀ ਵੈਲਿਊ ਸਾਈਨ ਕਰਨੀ ਆ ਉਹ P ਦੀ ਹੈ। ਮੀਨਸ P ਦੀ ਵੈਲਿਊ ਕਿੰਨੀ ਹੈ ਅਤੇ P ਕਿਹੜੀ ਪੋਜੀਸ਼ਨ 'ਤੇ ਆ ਰਿਹਾ 4 ਦੇ ਉੱਪਰ ਆ ਰਿਹਾ। ਫਿਰ ਉਹਨੇ ਕਿਹਾ ਜਿਹੜਾ T ਅਤੇ P ਦਾ ਡਿਫਰੈਂਸ ਹੈ T - P ਉਹ ਕਹਿੰਦਾ 5 ਦਾ। ਫਿਰ ਅਗਲੀ ਲਾਈਨ ਦੇ ਵਿੱਚ ਕਹਿੰਦੇ T ਅਤੇ N ਦੇ ਵਿੱਚ ਕਿੰਨਾ ਡਿਫਰੈਂਸ ਹੈ 3 ਦਾ। ਹੁਣ ਆਪਾਂ ਨੇ ਦੱਸਣੀ ਹੈ N ਦੀ ਪੋਜੀਸ਼ਨ ਵੀ N ਕਿੰਨਵੇਂ ਨੰਬਰ 'ਤੇ ਹੈ। ਹੁਣ ਇੱਕ ਗੱਲ ਦੇਖੋ P ਦੀ ਵੈਲਿਊ 4 ਹੈ ਨਾ, P ਦੀ ਵੈਲਿਊ ਆਪਾਂ ਇੱਥੇ ਰਿਪਲੇਸ ਕਰੀਏ ਤਾਂ T ਦੀ ਵੈਲਿਊ ਕਿੰਨੀ ਆ ਜੂ ਆਪਣੇ ਕੋਲ। ਦੇਖੋ 5 ਉੱਧਰ ਆ ਕੇ ਪਲੱਸ ਦਾ ਆ ਜੂਗਾ 4 ਤਾਂ T ਦੀ ਵੈਲਿਊ ਕਿੰਨੀ ਹੈਗੀ 9। ਮੀਨਸ T ਕਿੰਨਵੀਂ ਪਲੇਸ 'ਤੇ 9th ਪਲੇਸ ਦੇ ਉੱਪਰ। ਹੁਣ ਆਪਾਂ ਨੇ N ਦੀ ਕੱਢਣੀ ਸੀ, ਇੱਥੇ ਫਿਲ ਕਰਤਾ ਆਪਾਂ 9 - N
इज इक्वल टू 3, n उधर आ जू 3 इधर आ जूगा, 9 - 3 इज इक्वल टू n। तो n की वैल्यू कितनी आ गई 6, मीन जी n की वैल्यू आप कितनी असाइन करवावे 6। तो इसका राइट आंसर की आ जाऊगा ऑप्शन नंबर डी की होगा इसका राइट आंसर। होप है क्वेश्चन थोड़ा क्लीयर होया होगा। चलते हैं इस तो बाद नैक्सट पे, नैक्सट आने इस पंजाबी लैंगुएज नाल रिलेटेड क्वेश्चन। देखो फस्ट है कहना तुसी आप घर जाओ विच नाम विच आप सॉरी नाम की किहड़ी उदाहरण है, इत्थे नाम नहीं पड़नाम लिख लो, ठीक है। पड़नाम की किहड़ी उदाहरण है, ऑप्शन है संबंधवाचक, निजवाचक, निश्चयवाचक, पुरखवाचक। तो इसका राइट आंसर की बनूगा निजवाचक। निजवाचक पड़नाम की है उदाहरण है जिहड़ा आप है। इस तो बाद चलते हैं नैक्सट क्वेश्चन के उपर। नैक्सट है कहते शुद्ध मुहावरा चुनो, हत्थ वेखने, हत्थ अड्डने, हत्थ लाने या हत्थ सुंघने। तो इसका राइट आंसर की बनूगा ऑप्शन नंबर बी की होगा इसका राइट आंसर, हत्थ अड्डने की होंगे शुद्ध मुहावरा है। इस तो बाद चलते हैं नैक्सट क्वेश्चन के। नैक्सट है कहते निश्चयवाचक विशेषण चुनो, तुमने इस निश्चयवाचक विशेषण दसना किहड़ा। निश्चयवाचक विशेषण है इस ऑप्शन नंबर डी यह है जिहड़ा यह की है निश्चयवाचक विशेषण है। इस तो बाद चलते हैं नैक्सट क्वेश्चन के उपर। नैक्सट है हेठ लिखे शब्दों में गाढ़ा शब्द का समानार्थक शब्द दसना उसने भी किहड़ा हो सकता। देखो इस शुद्ध जिहड़ा गाढ़ा शब्द समानार्थक शब्द वो है ऑप्शन नंबर बी संघना। इस तो बाद चलते हैं नैक्सट